मैं हम रोज समय थोड़े विचार नहीं रहना। आओ आप कथा श्रवण करिए। वाहिगुरू जी का खालसा, वाहिगुरू जी की फतेह। गुरु गोपाल गुरु पूरन नारायण गुरुदयाल समरथ गुरु गुरु नानक पतत उदाहरण दावरिया पाक गुरु गोबिंद सिंह दर्द आलम ताक गुरु गोबिंद सिंह मुर्शदे पाक नूरे हक आमद ज़बां सबक दर्दिलम सबक आमद चौर छतर तख्त दे मालक साहिब श्री गुरु ग्रंथ साहिब जी की पावन हजूरी विच सज बैठी गुरु प्यारी खालसा साध संगत जी फतेह प्रवान करो। वाहिगुरू जी का खालसा, वाहिगुरू जी की फतेह। पिंड भरतगढ़ रोपड़ के इलाके विच आप सरबत संगतां उस पवित्र रूहे जमीन ते सज बैठे हो जिस नगर तो तत्वेते महात्मा ब्रह्म विच भेद पुरुष संत बाबा अजीत सिंह जी हंसाली वाले बिलोंग करते हैं। उन्हां दे पावन स्थान ते महान गुरमत समागम खुद खुदा गुरु गोबिंद सिंह महाराज जी के प्रकाश नूं समर्पित ने। पवित्र नगर इसलिए कह रहा हाँ, बाणी का फरमान है 8-60 तीर्थ जह साध पवित्र है। तीर्थ उस जगह नूं कहा जाता है जिथे कोई महात्मा रब दे गीत गावे। पर बाणी ने इन्नी महिमा दर्शाई है महात्मा महापुरुषों की। तीर्थ बड़ा के हर का दास। इधर क्वेश्चन मार्क है भी तीर्थ वड्डा है कि रब दा प्यारा। उसे महाराज आप ही समझाते ने वड्डा महापुरुष है क्योंकि जिहदे कदम पाया उथे वो जिहड़ी जमीन है जगह है पाक हो गई, पवित्र हो गई। कि जिन्ने भी तीर्थ ने महापुरुषों की वसाए होंगे हैं। उस पावन जगह पे आप बैठे हुए हैं। महापुरुष संत बाबा परमजीत सिंह जी होनी आप संगत के सहयोग के नाल ये समागम करवा रहे ने। आओ गुरु गोबिंद सिंह महाराज की वडियाई नूं गा के अपने जन्म नूं सफला करिए। गुरु नानक देव गोबिंद रूप दुनिया ते पाप मिटाउण लई परमात्मा गुरु नानक साहिब बन के प्रकट होया। 10 जामे बदले जोत ओहा जुगत साई सह काया फिर पलटिया। गुरु गोबिंद सिंह पातशाह दुनिया ते गुरु नानक साहिब दे 10वें जामे वजों प्रकट होंदे ने। कलयुग दुर्त दूर करबे कौ दर्शन गुरु सगल सुख सागर। दुर्त निवारण लई पाप मिटाउण लई गुरु पातशाहियां दुनिया ते प्रगट होईयां ने। वो महाराज
ਭਾਈ ਨੰਦ ਲਾਲ ਜੀ ਲਿਖਦੇ ਨੇ ਵੀ ਗੁਰੂ ਗੋਬਿੰਦ ਸਿੰਘ ਇਹ ਕਿਹਾ ਕਰਦੇ ਸਨ, ਫਾਰਸੀ ਦੇ ਬੋਲ ਨੇ ਜੋਤ ਵਿਕਾਸ ਦੇ ਵਿੱਚ, ਹਮੂੰ ਹਸਤ ਤੇਗ ਬਹਾਦਰ ਗੁਰੂ ਕਿ ਗੋਬਿੰਦ ਸਿੰਘ ਆਮਦ ਜ਼ਨੂਰ ਊ, ਹਮੂੰ ਗੁਰੂ ਗੋਬਿੰਦ ਸਿੰਘ ਹਮੂੰ ਨਾਨਕਸਤ, ਹਮੂੰ ਸ਼ਬਦੋ ਜ਼ਹਰੂ ਮਾਨਕਸਤ। ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਹੀ ਪਰਮੇਸ਼ਵਰ ਹਾਂ, ਮੈਂ ਹੀ ਗੁਰੂ ਨਾਨਕ ਬਣਿਆ, ਮੈਂ ਹੀ ਗੁਰੂ ਤੇਗ ਬਹਾਦਰ ਬਣਿਆ, ਮੈਂ ਹੀ ਗੁਰੂ ਗੋਬਿੰਦ ਸਿੰਘ ਬਣਿਆ ਤੇ ਮੈਂ ਹੀ ਸ਼ਬਦਾ ਸਰੂਪ ਗੁਰੂ ਗ੍ਰੰਥ ਸਾਹਿਬ ਹਾਂ। ਸੋ ਐਸੇ ਮਹਾਰਾਜ ਦੁਨੀਆ ਦੇ ਇਕਲੌਤੇ ਰਹਿਬਰ ਹੋਏ ਨੇ ਜਿਨ੍ਹਾਂ ਨੇ ਆਪਣੇ ਪਿਛਲੇ ਜੀਵਨ ਦੀ ਆਟੋਬਾਇਓਗ੍ਰਾਫੀ ਲਿਖੀ ਹੈ। ਇਸ ਜਨਮ ਦੀ ਤੇ ਸਾਰੇ ਲਿਖ ਲੈਂਦੇ, ਵਿਚਿੱਤਰ ਨਾਟਕ ਹੈ। ਦੇਖੋ ਅੰਦਾਜ਼ਾ ਇਹ ਬਿਆਨ ਕਰਨਾ ਕਈ ਮਹਾਂਪੁਰਸ਼ ਕਰ ਦਿੰਦੇ ਨੇ, ਮੈਂ ਪਿਛਲੇ ਜਨਮ ਵਿੱਚ ਇਹ ਸੀ ਜਾਂ ਉਹ ਸੀ, ਇਹ ਹੋਰ ਵਿਸ਼ਾ ਹੈ। ਕਬੀਰ ਜੀ ਕਹਿੰਦੇ ਸਾਧੂਆਂ ਨੂੰ ਇਹ ਗਿਆਨ ਹੁੰਦਾ, ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ। ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਪਿੱਛੇ ਕੀ ਸੀ, ਜਗ੍ਹਾ ਕੀ ਹੋਏਗਾ, ਪਰ ਕੁਝ ਯਾਦਦਾਸ਼ਤ ਸਾਧੂਆਂ ਦੀ ਕਾਇਮ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਹੀ ਜੀਵਨ ਬਿਆਨ ਕੀਤਾ ਹੈ ਆਪਣਾ। ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹੇ ਬਿਦ ਮੋਹਿ ਆਨੋ। ਹੁਣ ਕਿਵੇਂ ਮਹਾਰਾਜ ਨੂੰ ਹਰ ਯੁੱਗ ਬਾਬਤ ਪਤਾ ਹੈ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦਾ ਕਾਰਨ ਹੈ ਇੱਕ, ਤੂੰ ਸਤਿਗੁਰ ਚੌਹਾਂ ਜੁਗੀ ਆਪ ਆਪੇ ਪਰਮੇਸ਼ਰ। ਜੋ ਪਰਮੇਸ਼ਵਰ ਹੈ, ਜੋਤ ਸਰੂਪ ਹੈ, ਜਿਹੜਾ ਹਰ ਯੁੱਗ ਵਿੱਚ ਹੈ, ਉਹੀ ਕਲਯੁਗ ਵਿੱਚ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ ਹੈ। ਤੇ ਪਿਛਲੇ ਯੁੱਗਾਂ ਵਿੱਚ ਕੀ ਘਟਨਾਵਾਂ ਵਾਪਰੀਆਂ ਨੇ, ਅਗਾਂਹ ਕੀ ਹੋਣਾ ਹੈ, ਉਹ ਤਾਂ ਸਭ ਜਾਣਦਾ ਹੈ। ਇੱਕ ਇੰਗਲਿਸ਼ ਦਾ ਟੀਕਾਕਾਰ ਕਹਿੰਦਾ ਹੈ, ਥਰੂ ਆਊਟ ਦਾ 4 ages, ਇਹ ਚਾਰੋਂ ਜਿਹੜੇ ਯੁਗਾਸ ਨੇ, ਚਾਰੇ ਜਿਹੜੇ ਯੁੱਗ ਨੇ, You yourself were the transcendent Lord ਹੈ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੂੰ ਆਪ ਹੀ ਖੁਦਾਇਆ, ਆਪ ਹੀ ਸਰਗੁਣ ਸਰੂਪ ਗੁਰੂ ਬਣ ਕੇ ਦੁਨੀਆ ਤੇ ਆਇਆ। ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰੋ। ਤੈਨੂੰ ਹੀ ਸਾਰੇ ਦੇਵੀ ਦੇਵਤੇ ਰਹਿਬਰ ਤੇ ਆਉਂਦੇ ਨੇ, ਤੇਰੇ ਗੀਤ ਗਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਜਗ੍ਹਾ ਹੋਰ ਆਉਂਦਾ ਹੈ, ਸਤਿਗੁਰ ਨੂੰ ਜਿਹਾ ਕੋ ਇਛਦਾ ਤੇਹਾ ਫਲ ਪਾਏ ਕੋਏ। ਨਾਨਕ ਕਰਤਾ ਸਭ ਕਿਛ ਜਾਣਦਾ, ਜਿਦੋਂ ਕਿਛ ਬੁੱਝਾ ਨਾ ਹੋਏ। ਗੁਰੂ ਸਾਹਿਬ ਸਭ ਜਾਣਦੇ ਨੇ, ਉਹਦੇ ਤੋਂ ਕੁਝ ਵੀ ਬੁੱਝਾ ਨਹੀਂ ਹੈ। ਜਦੋਂ ਤੁਸੀਂ ਅਰਦਾਸ ਕਰਦੇ ਹੋ ਗੁਰੂ ਕੀ ਹਜ਼ੂਰੀ 'ਚ ਬੈਠੇ ਗ੍ਰੰਥੀ ਸਿੰਘ ਨੂੰ ਵੀ ਨਹੀਂ ਸੁਣਦਾ ਵੀ ਕੀ ਬੋਲ ਰਿਹਾ ਹੈ ਇੱਥੇ ਜਗਿਆਸੂ ਆ ਕੇ, ਪਰ ਗੁਰੂ ਗੋਬਿੰਦ ਸਿੰਘ ਨੂੰ ਸੁਣਦਾ ਹੈ। ਉਹ ਝੋਲੀਆਂ ਭਰ ਦਿੰਦਾ, ਮੈਨੂੰ ਬੋਲਿਆ ਸਭ ਕੁਛ ਜਾਣਦਾ। ਤੇ ਜੇ ਉਹ ਲੋਕਾਈ ਬਾਰੇ ਸਭ ਜਾਣਦਾ ਹੈ ਤੇ ਆਪਣੇ ਪਿਛਲੇ ਜਨਮ ਬਾਰੇ ਕਿਉਂ ਨਹੀਂ ਜਾਣਦਾ ਹੋਵੇਗਾ? ਭਾਈ ਨੰਦ ਲਾਲ ਜੀ ਨੇ ਵੀ ਇਹ ਬਚਨ ਕਹੇ ਨੇ, ਆਲਮੁਲ ਅਸਤਾਰ ਗੁਰੂ ਗੋਬਿੰਦ ਸਿੰਘ ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ। ਆਲਮੁਲ ਅਸਤਾਰ ਕਹਿੰਦੇ ਨੇ ਜੋ ਸੰਸਾਰ ਵਿੱਚ ਛਿਪੀਆਂ ਗੱਲਾਂ ਨੂੰ ਜ਼ਾਹਰਾ ਤੌਰ ਤੇ ਜਾਣਦਾ ਹੈ, ਗੁਪਤ ਭੇਦ ਜਾਣਦਾ ਹੈ। ਦੁਨੀਆ ਦਾ ਕੋਈ ਕੋਨਾ, ਕੋਈ ਸ਼ਰੀਰ ਐਸਾ ਨਹੀਂ ਹੈ ਜਿਹਦੇ ਭੇਦ ਗੁਰੂ ਗੋਬਿੰਦ ਸਿੰਘ ਨਹੀਂ ਜਾਣਦਾ। ਅੱਗੇ ਲਫ਼ਜ਼ ਵਰਤਿਆ ਹੈ ਅਬਰੇ, ਬਦਲਾ ਨੂੰ ਕਿਹਾ ਜਾਂਦਾ ਫਾਰਸੀ ਚ। ਗੁਰੂ ਗੋਬਿੰਦ ਸਿੰਘ ਉਹ ਰਹਿਮਤਾਂ ਦਾ, ਮਿਹਰਬਾਨੀਆਂ ਦਾ ਬਦਲ ਹੈ, ਜਿਹੜਾ ਬਿਨਾਂ ਮੰਗੇ ਹੀ ਤੁਹਾਡੇ ਤੇ ਵਰਖਾ ਕਰ ਦਿੰਦਾ ਹੈ, ਬਿਨਾਂ ਮੰਗੇ ਹੀ ਝੋਲੀਆਂ ਭਰੀ ਜਾਂਦਾ ਹੈ। ਐਸੀ ਹਸਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਕਹਿੰਦੇ ਮੈਂ ਦੁਸ਼ਟ ਦਮਨ ਦੇ ਰੂਪ ਵਿੱਚ ਆਰਾਧਨਾ ਕਰ ਰਿਹਾ ਸੀ ਅਕਾਲ ਪੁਰਖ ਦੀ। ਲਫ਼ਜ਼ ਵਰਤਿਆ ਹੈ ਮਹਾਕਾਲ, ਕਾਲ ਕਾ ਆਰਾਧੀ।
हिमकुंड पर्वत है जेड़ा, जिथे हिम बर्फ ही बर्फ है, शब्द श्रृंग शोभत है तहाँ हिमकुंड पर्वत है, जहाँ तहे हम हरकत तपस्या शादी, उसे मैं तपस्या की। लफ्ज महाकाल वरत्या है। हुण हिंदू वीर शिव जी नूं महाकाल कह दिंदे ने, पर सिख जगत शिव जी का नाम लैंदा है महादेव। सनातन मत के भी ज्यादा ग्रंथों में महादेव ही लिखा है। और महादेव जी देवतियां चों महान ने। जो शरीर करके आउंदा है वो मिटदा जरूर है। इत्थे महाकाल किया महाराज ने, जो काल के अधीन नहीं है, जिहदे हुक्म विच काल है। जो अकाल है वो पुरख जिहदी मूर्ति कोई नहीं है। महादेव बारे तो महाराज कहते हैं ना, एक शिव भये, एक गए, एक फिर भये, रामचंद्र कृष्ण के अवतार भी अनेक हैं। आप ही लिखते हैं दसम बाणी, कहते ठीक है, ऐसे महान देवते दुनिया से आउंदे ने, शरीर मिट जाता है, चंगे कर्म करने वाले का नाम रह जाता है। और नाले भी किया जेड़े कहते तुसी महादेव नूं सदा शिव समझते हो ना, सदा रहने वाला, इदां दा कोई नहीं है दुनिया ते, अकाल पुरख ही रहिंदा है। महादेव को कहे तो सदा शिव, निरंकार का चिंत न भेद, रब दा भेद नहीं जानते लोग। महाराज कहते काल का आराधी, काल का भी काल करने वाले महाकाल का आराधी बन के मैं आराधना की। ये आराधी लफ्ज नूं स्त्री लिंग वाल लै तुरते ने अज्ञानी लोग। अखेरियों ते आराधी लिखिया फिर काल का देवी होगी नहीं। ठीक है, हिंदू मत कालका देवी को मानता होगा, सिख जगत ने देवी मन्निया है माया, अकाल पुरख की आद शक्ति ते को आप है। एका माई जुगत व्याई तीन चेले परिवार। हुण देवियां में तुहाडे साडे सारियां च उहदी आद शक्ति काम करदी है, किसी च थोड़ी है, किसी च बहुती है। दसम च जिथे भी देवी का जिक्र आवेगा आद शक्ति बारे आवेगा। इत्थे काल का काल करने वाले महाकाल की गल करते हैं। हुण आराधी लफ्ज है, जे पिछली बिहारी देख के ही समझना है भी ये स्त्री लिंग है, तो फिर पाठ करने वाले जो अंदर बैठे ने उन्होंने की आंदे पाठा सो आंदे हो गए, पाठी सिंह आंदे, फिर पाठी नाल बिहारी लगी है, ये उड़े स्त्री लिंग किदां हो गया। पूजा करने वाले को की आंदे हो, पुजारा तो नहीं ना कहते, पुजारी कहते हो। इदा ही ग्रंथ पढ़ने वाला ग्रंथी, पूजा करने वाला पुजारी, आराधना करने वाला, उपासना करने वाला आराधी होता। मैं इन्नी कहते बंदगी की है, द्वैते एक रूप हवा गयो, मैं ते परमेश्वर एक रूप हो गए। अकाल पुरख ने आवाज दी है, दुनिया ते जाओ, बड़े बड़े महापुरुष रहबर ने भेजे ने, सब ने आपो अपना नाम जपाया। कृत मेरी रचना जिहड़ी है, लोग इहदे नाल जुड़ गए, मैनू करते नूं भुल गए। जाओ करते नाल जुड़ो लोकां, पर कृत दा खंडन नहीं कीता। महाराज ने कदे नहीं कहा देवते माड़े ने, महापुरुष माड़े ने, संत बुरे ने, नहीं। सरगुण तो निर्गुण वाल पहुंचा जाता है। यात्रा किधरों शुरू करनी पैंदी है, सीधा नहीं कोई ब्रह्म वेता बनता। ब्रह्म तक पहुंचने लिए बड़ा कुछ करना पैंदा है। महाराज कहते अकाल पुरख सददे ने भी जाओ दुनिया ते धर्म नूं प्रचंड करो। दुष्ट दमन जी आखण लगे है, अकाल पुरख तुहानूं छड्ड के मैं किधरे नहीं जाना, तुहाडे चरनां कोलों दूर नहीं मैं जा सकता। प्रीति ऐसी है, चितना भयो हमरो आवन क्या है, चुभी रही स्रोत प्रभ चरणन में है। परमात्मा जी ने फिर समझाया है, देखो ज्यो त्यों प्रभ हमको समझायो, इम कह के यह लोक बिठायो, तुहानूं जाना पवेगा।
और जाके धर्म नूं प्रचंड करना पवेगा। महाराज कहते देखो जदों एक रस्ता सदियां तो चल रहा होवे, उस रस्ते तो लहदा दूसरा रस्ता शुरू करना होवे जां प्रगट प्रचंड करना होवे, ताकत बड़ी चाहिए है। ਹੁਣ ਤੁਹਾਡੇ ਪਿੰਡ ਨੂੰ ਕੋਈ ਰਸਤਾ ਆਉਂਦਾ, ਇੱਕ ਬੰਦਾ ਉੱਥੇ ਡਾਂਗ ਲੈ ਕੇ ਖਲੋੜੇ ਵੀ ਇਹ ਰਾਹ ਬੰਦ ਦੇ ਹੁਣ ਨਵੇਂ ਰਾਹ ਚੱਲਿਆ ਕਰੋ, ਤੇ ਫਿਰ ਉੱਥੇ ਕੀ ਹੋਵੇਗਾ? ਝਗੜਾ ਹੋਵੇਗਾ। ਉੱਥੇ ਤਾਕਤ ਬੜੀ ਚਾਹੀਦੀ ਹੈ। ਲੋਕਾਈ ਕ੍ਰਿਤ ਨਾਲ ਹੀ ਜੁੜੀ ਸੀ। ਕੁਦਰਤ ਸਾਜੀ ਅਕਾਲ ਪੁਰਖ ਨੇ ਉਹਦਾ ਚੇਤਾ ਹੀ ਨਹੀਂ, ਇੱਥੇ ਰੁੱਖਾਂ ਦੀ ਪੂਜਾ ਹੋਣ ਲੱਗ ਪਈ। ਦੇਵੀ ਦੇਵਤੇ ਮਹਾਰਾਜ ਅਕਾਲ ਪੁਰਖ ਨੇ ਬਣਾਏ, ਲੋਕਾਂ ਬਣਾਉਣ ਵਾਲਾ ਛੱਡ ਦਿੱਤਾ, ਇਹ ਕ੍ਰਿਤ ਦੇ ਪਿੱਛੇ ਪੂਜਾ ਕਰਨ ਲੱਗ ਪਏ। ਸੂਰਜ ਚੰਦ ਦੀ ਪੂਜਾ ਹੋਈ, ਬਣਾਉਣ ਵਾਲੇ ਦਾ ਖਿਆਲ ਹੀ ਕੋਈ ਨਹੀਂ। ਹੁਣ ਸਾਰੇ ਇਸ ਰਸਤੇ ਤੇ ਚੱਲ ਰਹੇ ਨੇ, ਰਸਤਾ ਬਦਲਿਆ ਕਿਵੇਂ ਜਾਵੇ? ਤਾਕਤ ਚਾਹੀਦੀ ਹੈ। ਅਕਾਲ ਪੁਰਖ ਕਹਿੰਦੇ ਦੇਖੋ ਮੈਂ ਸਮੇਂ ਦੇ ਅਨੁਕੂਲ ਤਾਕਤਾਂ ਦੇ ਕੇ ਮਹਾਂਪੁਰਸ਼ ਦੁਨੀਆ ਤੇ ਭੇਜਦਾ। ਪਾਪ ਥੋੜਾ ਸੀ, 52 ਅਵਤਾਰ ਥੋੜੀ ਅਜ਼ਮਤ ਲੈ ਕੇ ਗਏ, ਪਾਪ ਵੱਧ ਗਿਆ। ਪੂਰਨ ਅਵਤਾਰ ਸ਼੍ਰੀ ਰਾਮ ਚੰਦਰ ਜੀ 14 ਕਲਾ ਲੈ ਕੇ ਤ੍ਰੇਤੇ ਵਿੱਚ ਆਏ। ਦੁਆਪਰ ਆਇਆ 16 ਕਲਾ, ਪੂਰਨ ਅਵਤਾਰ ਸ਼੍ਰੀ ਕ੍ਰਿਸ਼ਨ ਮਹਾਰਾਜ ਪ੍ਰਗਟ ਹੋਏ। ਕਲਯੁਗ ਦਾ ਸਮਾਂ ਆਇਆ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਅਕਾਲ ਪੁਰਖ ਸਮੁੱਚੀ ਕਲਾ ਲੈ ਕੇ ਪ੍ਰਗਟ ਹੋਏ। ਆਖਣ ਲੱਗੇ ਦੁਸ਼ਟ ਦਮਨ ਜੀ ਤੁਸੀਂ ਮੇਰਾ ਰੂਪ ਹੋ, ਤੁਸੀਂ ਮੇਰਾ 10ਵਾਂ ਜਾਮਾ ਬਣਨਾ ਹੈ। ਗੁਰੂ ਨਾਨਕ ਤੋਂ 10ਵਾਂ। ਉੱਥੇ ਸਾਫ਼ ਲਿਖਿਆ ਹੈ ਮੈਂ ਆਪਣਾ ਸੁਧ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੈ ਕੋ ਸਾਜਾ। ਪੰਥ ਨੂੰ ਪ੍ਰਗਟ ਕਰੋ। ਹੁਣ ਇੱਥੇ ਤਰਕ ਆ ਜਾਂਦਾ ਵੀ ਪੰਥ ਤੇ ਗੁਰੂ ਨਾਨਕ ਸਾਹਿਬ ਤੋਂ ਚੱਲ ਰਿਹਾ, ਉਹ ਸਿੱਖ ਪੰਥ ਹੈ। ਉਹਨੂੰ ਪਰਪੱਕ ਕਰਨ ਦੇ ਲਈ ਖਾਲਸਾ ਪੰਥ ਪ੍ਰਗਟ ਹੋਇਆ, ਸਿੱਖ ਤੋਂ ਸਿੰਘ ਸਜਾਏ ਗਏ। ਕਿਉਂਕਿ ਹਰ ਧਰਮ ਦੀ ਇੱਕ ਰੂਪ ਰੇਖਾ ਹੈ, ਹਰ ਧਰਮ ਦੀ ਡਰੈਸ ਹੈ ਵੱਖਰੀ ਹੈ, ਗੁਰ ਵੱਖਰੇ ਨੇ, ਮਰਿਆਦਾ ਵੱਖਰੀ ਹੈ, ਸਿਧਾਂਤ ਵੱਖਰੇ ਨੇ। 9 ਜਾਮਿਆਂ ਤਾਈਂ ਜ਼ਿਆਦਾਤਰ ਲੋਕਾਈ ਇਹੀ ਸਮਝੀ ਗਈ ਵੀ ਸ਼ਾਇਦ ਸਿੱਖ ਹਿੰਦੂ ਹੀ ਨੇ। ਬਾਣੀ 'ਚ ਲਿਖਿਆ ਵੀ ਸੀ, ਫਿਰ ਨਹੀਂ ਸਮਝੇ ਲੋਕ, ਨਾ ਹਮ ਹਿੰਦੂ ਨਾ ਮੁਸਲਮਾਨ। ਗੁਰੂ ਅਰਜਨ ਸਾਹਿਬ ਨੇ ਸਾਫ਼ ਕਿਹਾ ਅੱਲਾਹ ਰਾਮ ਕੇ ਪਿੰਡ ਭਰਾ। ਹੁਣ ਤਰਕ ਇਹ ਉੱਠਦਾ ਸੀ ਵੀ ਜੇ ਸਿੱਖ ਵੱਖਰੇ ਨੇ ਤੇ ਇਹਨਾਂ ਕੋਲ ਚਿੰਨ੍ਹ ਕਿਹੜੇ ਨੇ ਧਰਮ ਦੇ? ਜੇ ਕਹੀਏ ਕੇਸ ਰੱਖਦੇ ਨੇ ਤੇ ਕੇਸ ਤੇ ਹਿੰਦੂ ਮਹਾਂਪੁਰਸ਼ ਵੀ ਰੱਖਦੇ ਨੇ, ਮੁਸਲਮਾਨ ਵੀ ਰੱਖਦੇ ਨੇ, ਹਿੰਦੂ ਵੀਰ ਜੰਜੂ ਪਾਉਂਦੇ ਨੇ। ਸਿੱਖੋ ਤੁਹਾਡੇ ਕੋਲ ਕਿਹੜਾ ਚਿੰਨ੍ਹ ਹੈ ਧਰਮ ਦਾ? ਗੁਰੂ ਗੋਬਿੰਦ ਸਿੰਘ ਨੇ ਫਿਰ ਚਿੰਨ੍ਹ ਬਖਸ਼ ਕੇ ਪੱਕੀ ਮੋਹਰ ਲਾ ਦਿੱਤੀ, ਕੱਚ ਕੜਾ ਕਿਰਪਾਨ ਕੰਘਾ ਕੇਸ, ਇਹ ਚਿੰਨ੍ਹ ਨੇ ਸਾਡੇ, ਡਰੈਸ ਕੋਡ ਸਾਡਾ ਹੈ। ਜੇ ਤੁਸੀਂ ਨਹੀਂ ਧਾਰਦੇ ਤੇ ਤੁਹਾਨੂੰ ਜੇ ਕੋਈ ਕੇਸਾਧਾਰੀ ਹਿੰਦੂ ਆਖੇ ਤਾਂ ਫਿਰ ਤੁਹਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ, ਹੋਰ ਕੀ ਹੋਵੇ? ਇਹ ਧਰਮ ਵੱਖਰਾ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਇਹ ਕੋਈ ਸੰਪਰਦਾਇ ਨਹੀਂ ਹੈ ਸਿੱਖੀ। ਇਹ ਅੱਜ ਕੱਲ੍ਹ ਜਿਵੇਂ ਕਹਿ ਦਿੰਦੇ ਨੇ ਨਾ ਕਈ ਲੋਕ, ਸਿੱਖ ਧਰਮ ਤੇ ਹੈ ਹੀ ਨਹੀਂ, ਇਹ ਤੇ ਗੁਰੂ ਨਾਨਕ ਸਾਹਿਬ ਨੇ ਪਖੰਡ ਦੂਰ ਕੀਤਾ, ਇੱਕ ਨਵਾਂ ਰਸਤਾ ਚਲਾ। ਏਦਾਂ ਦਾ ਕੁਝ ਨਹੀਂ ਹੈ। ਮੈਂ ਤੁਹਾਨੂੰ ਅੱਗੇ ਦੱਸਦਾ, ਕਲਗੀਧਰ ਬਾਪੂ ਨੇ ਲਿਖਿਆ 10ਵੇਂ ਗ੍ਰੰਥ ਵਿੱਚ, ਇਹ ਧਰਮ ਹੈ ਜਾਂ ਇਹ ਸੰਪਰਦਾਇ ਹੈ। ਅਕਾਲ ਪੁਰਖ ਕਹਿੰਦੇ ਦੇਖ ਦੁਸ਼ਟ ਦਮਨ, ਪਿਓ ਦੀ ਸਾਰੀ ਜਾਇਦਾਦ ਫਰਜ਼ੰਦ ਦੀ ਹੁੰਦੀ ਹੈ। ਫਰਜ਼ੰਦ ਪਿਓ ਦਾ ਰੂਪ ਹੁੰਦਾ ਹੈ। ਤੂੰ ਮੇਰਾ ਫਰਜ਼ੰਦ ਹੈ, ਤੈਨੂੰ ਤਾਕਤ ਕੀ ਦੇਣੀ ਹੈ? ਮੇਰੀ ਸਾਰੀ ਤਾਕਤ ਤੇਰੀ ਹੈ। ਜਾ ਦੁਨੀਆ ਤੇ ਧਰਮ ਨੂੰ ਪ੍ਰਚੰਡ ਕਰ। ਸਤਿਗੁਰ ਵਿੱਚ ਆਪ ਰੱਖਿਉਨ ਕਰ ਪ੍ਰਗਟ ਆਖ, ਸੁਣਾਇਆ ਤੇਰੇ ਵਿੱਚ ਮੈਂ ਹੀ ਪ੍ਰਗਟ ਹੋਵਾਂਗਾ ਦੁਨੀਆ ਦੇ ਉੱਤੇ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਜਿਹੜਾ ਤੇਰੀ ਕਦਮ ਬੋਸੀ ਕਰੇਗਾ ਉਹ ਮੁਕਤ ਹੋਵੇਗਾ। ਜਾਹੇ ਤਹਾਂ ਤੈ ਧਰਮ ਚਲਾਏ, ਪ੍ਰਬੁੱਧ ਕਰਨ ਤੇ ਲੋਕ ਹਟਾਏ। 10ਵੇਂ ਗ੍ਰੰਥ ਤਾਂ ਹੀ ਤੰਗੀ ਦਿੰਦਾ ਕਈਆਂ ਨੂੰ, ਇਹਦੇ ਵਿੱਚ ਜਗ੍ਹਾ ਜਗ੍ਹਾ ਲਿਖਿਆ ਵੀ ਧਰਮ ਚਲਾਇਆ। ਮਹਾਰਾਜ ਪਾਤਸ਼ਾਹ ਕਿਹੜਾ ਧਰਮ ਚਲਾਉਂਦੇ ਨੇ ਦੁਨੀਆ ਤੇ? ਗੁਰੂ ਨਾਨਕ ਸਾਹਿਬ ਤੁਸੀਂ ਰੋਜ਼ ਪੜ੍ਹਦੇ ਹੋ, ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਗੁਰੂ ਨਾਨਕ ਪਾਰ ਬ੍ਰਹਮ ਦਾ ਰੂਪ ਨੇ। ਕੀ ਕਰਨਾ ਹੈ ਦੁਨੀਆ ਤੇ? ਬਲਿਓ ਚਰਾਗ
अंधार मह सब कल उधरी एक नाम धर्म। वो चिराग है गुरु नानक साहब ज्ञान का, जिहड़ा दुनिया ते एक धर्म प्रगट करन आया। उस धर्म का सिद्धांत की है, वजूद की है? एक नाम, अकाल पुरख का नाम। हुण हिंदू मत विच गायत्री पढ़ी जाती है, कई वेद शास्त्र ने, कई देवतियां की पूजा है, मुबारक है उन्होंने। असीं किहदी पूजा करते? एक नाम धर्म। गुरु ग्रंथ साहिब विच की है? वाहो वाहो बाणी निरंकार, एक नाम, अकाल पुरख की वडियाई। दीन दुनिया के मालक गुरु गोबिंद सिंह पातशाह बचित्र नाटक विच साफ ये जिक्र करते हैं, कहते गुरु नानक साहब बेदी कुल विच प्रगट हुए, तिन बेदियन की कुल बिखे प्रगटे नानक राय। सब सिखन को सुख दए, जह तह भय सहाय। उन्हें अपने सिख सेवकों को सुख दिता। महाराज की उन्हें कोई संप्रदाय चलाई? कहते नहीं, तिन यह कलमों धर्म चलायो, सब साधन को राह बतायो। जो ताके मार्ग मह आए, ते कबहू मह पाप संताए। धर्म चलाया है दुनिया में, श्रेष्ठ धर्म है। बाणी ची आउंदा है, सर्व धर्म में श्रेष्ठ धर्म हर को नाम जप निर्मल कर्म। साडा ये धर्म है। सारी डेफिनेशन सिख की बाणी में तुहानूं मिल जाती है, ध्यान नाल पढ़िया करो। गुर सतगुर का जो सिख खाए, सो पढ़ के उठर नाम त्यावे। सारा शब्द कदे पढ़ियो, ये डेफिनेशन है सिखी। इत्थे ही बस नहीं, दूजे भाई गुरदास गुरु गोबिंद सिंह की शान में साफ लिखते हैं, गुरबर अकाल के हुक्म सो, उपजो बगियाना तब सहजे रचियो खालसा साबत मरदाना। एवं तीसर पंथ रचायन बड़ सूर गदेला, वाह वाह गोबिंद सिंह आपे गुर चेला। तीसर पंथ रचायन है। दो पंथ केड़े सी अगे? इस्लाम भारत विच ते हिंदू मत। तीसरा मत प्रगट कर दिता, सिख मत। कई बड़े तंगी मनाते हैं इस गल को, पर असल इस गल करके ईर्खा नहीं करनी चाहिए। हिंदुओं को उन्होंने धर्म मुबारक है, मुसलमानों को उन्होंने मुबारक है, ते सिखा को सिखा का मुबारक है। रही गल अदब सत्कार की, किसी के बाप का अदब करोगे तो अपने का करवा लोगे। जे तुसी श्री कृष्ण जी, श्री रामचंद्र जी का सत्कार करोगे तो हिंदू वीर भी साढ़े मुर्शदां का अदब करनगे, गुरु नानक साहब का। तुसी मुहम्मद जी का अदब करोगे तो गुरु नानक साहब का अदब करनगे। जे अगले नूं बुरा आखोगे, नीवा उठाओगे, भजदियां नूं वाण इक्को जिही हुंदे ने। हर धर्म का अदब करना है। परमात्मा ने फुलवाड़ी साजी है। एक तरह के फुल होने बंदा वेख वेख ही अक जाता। रंग बिरंगे फुल फल होते दुनिया बगीची सोखदी है। सो ये दुनिया गुलदस्ता है। इत्थे एक तरह के फल फुल नहीं कदे भी रह सकते। औरंगजेब ने यतन किया हिंदू सिख मिटा देना, कलमा ही पढ़िया जाए, की बनया? लानता खट रहा अज तक। लानता कोई दीवा जगाने वाला नहीं है उसकी कबर से। हाँ, सिख चले जाते हैं, कई बार वेखण भी देखी औरंगजेब की कबर कितने है, वो टका दे आते हैं, उत्थे कोई जिहड़ा साम संभाल करता तेल थोड़ा जिहा लैके सरों का दीवा बाल दिंदा। जे कोई हिंदू मत का आगू आखे या सिख मत का आगू आखे भी दूजे धर्म मिटा के असीं रहीए, इदां दा कुछ नहीं दुनिया ते होना, ना कोई कर ही सकेगा। परमात्मा ने सृष्टि साडी है, उसदा एक घर है, घर विच साडे उही रहिंदा है जिहड़ा सानू भाउंदा है, उहनूं सारे ही चंगे लगदे ने। इसे करके सारी दुनिया के धर्म प्रगट ने। सो महाराज दीन दुनिया के मालक ने तीसरा पंथ प्रगट किया। नाल सानू ये भी समझाया है, सारिਆਂ ਦਾ सत्कार करी। कोई बोले राम राम, कोई खुदाए, कोई सेवै गुसैया, कोई अलाहे फरीदा। खालक खलक न है, खलक वसै
रब माहै मंदा किसनों आखिए जां तिस दिन कोई बात। माड़ा कहते किसनों आखोगे, सारिया च ही परमात्मा की जोत है। कोई राम आखे, कोई खुदा आखे, कोई वाहिगुरू आखे, सब उहदे हुक्म विच है। अकाल पुरख ने तैयारी की, हुक्म होया मैनू कहंदे दुष्ट दमन के रूप विच जाओ दुनिया ते, मैं हाथ जोड़ के आ गया मनी आण भयो मैं जोर कर, वचन कहा सिर में आए, पंथ चले तब जगत में जब तुम करहो, सहाय अकाल पुरख पंथ चलेगा, पंथ प्रगट रहेगा तुहाडे हुक्म दे विच, बस सिर ते मेहर भरिया हाथ रखियो। इदा फिर महाराज ने खालसा पंथ साजण दे लई, सिख नूं सिंह बजाउण दे लई दुनिया दे उत्ते प्रगट होने की तैयारी की है। नाल लिखते ने जो निज प्रभ मोह सो कहा, सो कहे हो जग माहे, जो तेरे प्रभ को ध्याए है अंत स्वर्ग को जाहे। अकाल पुरख ने जो किया मैं दुनिया सामे वो सिक्ख्या प्रगट करांगा। जिहड़ा इस सिक्ख्या ते चलेगा, अकाल पुरख नूं ध्यावेगा, वो रोगां शोगां तो 84 लाख जूना तो मुक्त होगा। जीवन मुक्त गुरमति लागे, हर की भगत अनदिन सद जागे। मुक्त तो ही हो सकिया जिहड़ा गुरु दे हुक्म विच चलदा है। जब आइस प्रभ को भयो, जन्म धरा जग आए, अब मैं कथा संक्षेप ते सबनूं कहत सुनाए। कहते मैं प्रगट अकाल पुरख दे हुक्म विच होना है। किस तरह प्रगट होंदे ने, अथ कब जन्म कथनम विचित्र नाटक का एक हिस्सा है। कहते हुण मैं दसदा, मोर पित पूर्व कीयस प्याना, भात भात के तीर्थ नाना। मेरे पिता गुरु तेग बहादुर साहिब पूर्व वाल जा रहे ने, माता साडी गुजरी नाल है, सारा परिवार नाल है, बड़िया तीर्थां ते गए। गुरु किसे नाल नफरत नहीं करता है। ये धर्म दीयां कंधां असीं ज्यादियां उच्चियां कीतियां। कोई माड़ा जिहा सिख मंदर कोलों लंघ जे सही दे रौला पा देंगे, ओह हो जी ये एजेंसियां दा बंदा। कोई मस्जिद कोलों लंघ जे ते होर रौला चुक, ISI पता नहीं बुला जाने, उन्होंने जानता भी है कोई इतने कि नहीं, उन्होंने बंदा। इन्नी नफरत बढ़ गई है। पुराने साधु मंदिर मस्जिद गुरुद्वारे हर जगह विचरते सन, विचार वटांदरे होने, आपो अपने धर्म नूं भांडे नूं सलाउणा। जे किसी नूं भा जाना तो धर्म प्रफुल्लित हो जाना, चार बंदे नाल जुड़ जाना। और ये लीडर ने सारी अग लाई है। ये जिन्नी भी धर्मां दे नां ते अग बाली हुई है ना, मार तक ये आगुआं दी बाली हुई। साधु जोड़ते हैं तो लीडर तोड़ते हैं। ये आपो अपना सिद्धांत है, ड्यूटी रब ने लाई है सारे। महाराज गुरु तेग बहादुर साहब की करन गए तीर्थां ते, उत्थे अकाल पुरख दा स्वरूप ने, ते अकाल पुरख दे हुक्म विच देवी देवते आउंदे ने जिन्हां दे तीर्थ ने। ਉਹਦਾ एक कारण है, तीर्थां ते संगत बहुत हुंदी है। उन्हां समयां च ना ते टीवी ते ना इश्तिहार चलदे सी भी फलाना कथाकार आ रहा ते संगत दी भीड़ उमड़ पैणी। असल तीर्थां दे उत्ते प्रचलित जिहड़े जोड़ मेले सन, ਉਹ ਵੱਡਾ साधन सन प्रचार करने ਦਾ। ਤਾਂ ਹੀ ਗੁਰੂ ਨਾਨਕ ਸਾਹਿਬ ਚੱਲ ਬਟਾਲੇ ਗਏ, ਜਿੱਥੇ ਸਿੱਧਾ ਕਰਕੇ ਰੌਣਕ ਬੜੀ ਹੁੰਦੀ ਸੀ। ਇੱਥੇ गोरख मथा यूपी ਜਿਹੜਾ ਬਾਅਦ ਵਿੱਚ ਨਾਨਕ ਮਤਾ ਬਣਦਾ ਹੈ, ਇੱਥੇ ਰੌਣਕ ਬੜੀ ਹੁੰਦੀ ਸੀ। हरिद्वार गए रौनक बड़ी सी, काशी गए रौनक बड़ी सी, काबे गए रौनक बड़ी सी। पर गुरु साहब की पूजा कर नहीं गए, वो अकाल पुरख दे भेजे हुए ने, उन्हां दा स्वरूप ने। सब ते वड्डा सतगुरु नानक जिन कल राखी गए। असल वो गए ने तीर्थां ते उपदेश करन भी तुसीं ठीक है देवी देवतियां दी पूजा करदे हो, उपासना करदे हो, पर एक अकाल पुरख दे भी गीत गाओ जिन्हें ये सब पैदा किए हुए। महाराज कहते ने नानक भूलै गुर समझावै, एक दिखावै साच टिकावै।
ਭੁੱਲਿਆਂ ਨੂੰ ਸਮਝਾਉਣ ਦੇ ਪਾਤਸ਼ਾਹ। ਜਬ ਹੀ ਜਾਤ ਤ੍ਰਿਵੈਣੀ ਭਏ ਪੁੰਨ ਦਾਨ ਦਿਨ ਕਰਤ ਬਿਤੈ। ਤ੍ਰਿਵੈਣੀ ਪ੍ਰਯਾਗ ਮਹਾਨ ਤੀਰਥ ਹੈ ਹਿੰਦੂ ਮਤ ਦਾ, 3 ਪ੍ਰਵਾਹਾਂ ਦਾ ਇਕੱਠ ਹੈ, ਉੱਥੇ ਸੰਗਮ ਹੈ, ਖਾਸ ਕਰਕੇ ਗੰਗਾ ਜਮਨਾ ਸਰਸਵਤੀ ਦਾ। ਬੜੀ ਰੌਣਕ ਹੁੰਦੀ ਹੈ। ਮਹਾਰਾਜ ਉੱਥੇ ਗਏ, ਉਪਦੇਸ਼ ਦਿੱਤਾ। ਹੁਣ ਪਤਾ ਲੱਗਾ ਗੁਰੂ ਨਾਨਕ ਦੇ ਤਖਤ ਦੇ 9ਵੇਂ ਵਾਰਸ ਆਏ ਨੇ, ਬੜੇ ਪੰਡਤ, ਬੜੇ ਬ੍ਰਾਹਮਣ, ਗਰੀਬ ਗੁਰਬੇ ਸਾਰੇ ਚਰਨਾਂ ਵਿੱਚ ਆ ਗਏ। ਮਹਾਰਾਜ ਨੇ ਬੜਾ ਦਾਨ ਕੀਤਾ ਸਭ ਨੂੰ। ਵੈਸੇ ਵੀ ਉਹ ਦਾਤਾਰ ਹੈ। ਬਾਣੀ ਦਾ ਫਰਮਾਨ ਹੈ ਨਾ, ਸਤਿਗੁਰ ਦਾਤਾ ਸਭਨਾ ਵਰਤੂਗਾ, ਪੂਰਾ ਭਾਗ ਮਿਲਾਵਣੇ। ਇੱਥੇ ਵੀ ਕਈ ਤਰ੍ਹਾਂ ਕਰ ਦਿੰਦੇ ਲੈ ਬ੍ਰਾਹਮਣਾਂ ਨੂੰ ਦਾਨ ਕੀਤਾ, ਇਹ ਬ੍ਰਾਹਮਣਵਾਦ ਹੈ। ਅੱਛਾ, ਬ੍ਰਾਹਮਣਾਂ ਦੇ ਢਿੱਡ ਨਹੀਂ ਲੱਗਾ ਜੇ ਕੋਈ ਰੋਟੀ ਕੋਟੀ ਉਹਨਾਂ ਨੂੰ ਦਾਨ ਕਰ ਦੇਵੇਗਾ ਤੇ ਗੁਨਾਹ ਹੋ ਗਿਆ। ਮੈਂ ਹੈਰਾਨ ਰਹਿ ਜਾਣਾ, ਤਰਕ ਵੀ ਜਿਹੜੀ ਗਿਆਨੀ ਬੰਦਾ ਕਰੇ ਨਾ, ਉਹ ਆਨੰਦ ਵੀ ਆਉਂਦਾ ਉਹਦਾ ਜਵਾਬ ਦੇ। ਕਮਲਿਆਂ ਦਾ ਟੋਲਾ ਹੈ, ਤਰਕ ਵੀ ਉਹ ਬੱਚੇ ਵਾਲੀ ਕਰਦੇ ਨੇ। ਮੇਲੇ ਤੇ ਜਾਵੇ ਤੇ ਭਾਪੇ ਦੀ ਉਂਗਲ ਫੜ ਕੇ ਸਿਰ ਖਾ ਜਾਂਦਾ ਪਿਓ ਆਪਦੇ ਦਾ, ਵੀ ਪਾਪਾ ਆ ਕੀ ਹੈ ਤੇ ਪਾਪਾ ਆ ਕੀ ਹੈ। ਇੰਨਾ ਕੀ ਇਹਨਾਂ ਨੂੰ ਗਿਆਨ ਹੈ ਜਿੰਨਾ ਕਿ 3-4 ਵਰਿਆਂ ਦੇ ਕਾਕੇ ਨੂੰ ਹੁੰਦਾ। ਇੱਕ ਤਰਕੀ ਮਹਿਕਮੇ ਦੀ ਗੱਲ ਕਰਦਾ, ਜਿਹੜਾ ਸਾਧੂਆਂ ਸੰਤਾਂ ਦਾ, ਦਸਮ ਬਾਣੀ ਦਾ, ਆਦ ਬਾਣੀ ਦਾ ਇਤਿਹਾਸ ਦਾ ਖੰਡਨ ਕਰਦੇ ਨੇ। ਤੇ ਕਈ ਵਾਰ ਸਾਡੇ ਪੱਖ ਦੇ ਜਿਹੜੇ ਗੁਰਮੁਖ ਪਿਆਰੇ ਨੇ ਉਹ ਗਿਲਾ ਵੀ ਕਰ ਲੈਂਦੇ ਵੀ ਇਹ ਅਨਾਪ ਸ਼ਨਾਪ ਬਕਦੇ ਨੇ ਬਾਣੀ ਬਾਰੇ, ਰੱਬ ਭੁੱਲਿਆ ਇਹਨਾਂ ਨੂੰ। ਤੇ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਇਹਦੇ ਹੁਕਮ ਵਿੱਚ ਹੀ ਭੁੱਲੇ ਹੋਏ। ਉਹਨੇ ਸੱਚਖੰਡ ਭਰਨਾ ਥੋੜੀ ਹੈ, ਨਰਕ ਵੀ ਤੇ ਉਹਨੇ ਬਣਾਏ ਹੋਏ ਨੇ, ਉੱਥੇ ਵੀ ਤੇ ਸੁੱਟਣਾ ਹੈ ਨਾ। ਕਈਆਂ ਨੂੰ ਬੈਲੈਂਸ ਬਣਾ ਕੇ ਰੱਖਦਾ। ਗੁਰਬਾਣੀ, ਗੁਰ ਇਤਿਹਾਸ, ਗੁਰੂ ਪੀਰਾਂ ਤੇ ਕਟਾਸ਼ ਕਰਨ ਵਾਲੇ ਵੀ ਨਰਕੀ ਨੇ, ਹੋਰ ਉਹਨਾਂ ਨੂੰ ਸਰੋਪੇ ਨਹੀਂ ਮਿਲਦੇ। ਪਰ ਗਿਆਨ ਦੀ ਗੱਲ ਕਰਦਾ ਮੈਂ, ਇਹ ਕਿਉਂ ਨਹੀਂ ਕਿਸੇ ਸਭਾ ਵਿੱਚ ਕਹਿੰਦੇ। ਕਿੰਨੀ ਵਾਰ ਆਖੀਦਾ, ਕੋਈ ਛਾਣੇ ਜੇ ਉੱਡ ਜਾਂਦਾ ਨਾ, 30-40 ਪੁਲਿਸ ਵਾਲੇ ਰੱਖੇ ਨਾਲ, ਉਦਾਂ ਤੈਨੂੰ ਗੱਲ ਕਰਨੀ ਨਹੀਂ ਸੰਗਤ। ਏਦਾਂ ਦੇ ਕਈ ਨੇ। ਮੈਂ ਵਿਚਾਰਧਾਰਾ ਦਾ ਵਿਰੋਧ ਕਰਦਾ, ਕਿਸੇ ਇੱਕ ਬੰਦੇ ਦਾ ਵਿਰੋਧ ਆਪਾਂ ਨਹੀਂ ਕਰਦੇ। ਉਹਦਾ ਕਾਰਨ ਵਿਚਾਰਧਾਰਾ ਤੇ ਚੋਟ ਕਰੋ ਅਗਲੇ ਦੀ, ਤੇ ਉਹੋ ਜਿਹੇ ਹੋਰ ਪੰਥ ਦੋਖੀ ਨਾ ਆਉਣਗੇ। ਇੱਕ ਬੰਦੇ ਪਿੱਛੇ ਪਾਓਗੇ, ਲੋਕ ਆਖਣਗੇ ਜੀ ਕੋਈ ਨਿੱਜੀ ਰੌਲਾ ਹੈ ਨਾ। ਅਸੀਂ ਉਹਨਾਂ ਦੇ ਵਿਰੋਧੀ ਹਾਂ ਜਿਹੜੇ ਸਾਡੇ ਗੁਰੂ ਪਰਮੇਸ਼ਰ ਨੂੰ ਤੁੱਛ ਬਿਆਨ ਕਰਦੇ ਨੇ, ਗੁਰੂ ਨਾਨਕ ਨੂੰ ਆਮ ਇਨਸਾਨ ਕਹਿੰਦੇ ਨੇ, ਗੁਰਸਿੱਖੀ ਤੇ ਕਟਾਸ਼ ਕਰਦੇ ਨੇ, ਗੁਰੂ ਦੀ ਅਜ਼ਮਤ ਨੂੰ ਨੀਵਾਂ ਕਰਕੇ ਵਿਖਾਉਂਦੇ ਨੇ। ਪਰ ਵਿਚਾਰ ਨਹੀਂ ਕਰਨ ਜੋਗੇ, ਕਿਉਂਕਿ ਬੱਚਿਆਂ ਵਾਲੀ ਬੁੱਧੀ ਹੈ। ਸਵਾਲ ਕਰਨਾ ਕੋਈ ਸਿਆਣਪ ਨਹੀਂ ਹੁੰਦੀ। ਅਣਜਾਣ ਬੰਦਾ ਸਵਾਲ ਕਰਦਾ, ਗਿਆਨੀ ਜਵਾਬ ਦਿੰਦੇ ਨੇ। ਤੁਹਾਡੇ ਬੱਚੇ ਸਕੂਲ ਕਿਉਂ ਜਾਂਦੇ? ਆਉਂਦਾ ਕਰ ਤਾਂ ਹੀ ਜਾਂਦੇ ਨਾ, ਟੀਚਰ ਸਿਖਾਵੇਗਾ। ਕਿ ਕਈ ਆਖਣਗੇ ਜੀ ਬੜਾ ਤਰਕ ਕੀਤਾ ਹੈ, ਇਹ ਬੜਾ ਗਿਆਨੀ। ਗਿਆਨੀ ਨਹੀਂ ਹੈ। ਤਰਕ ਅਗਿਆਨ ਚੋਂ ਪੈਦਾ ਹੁੰਦਾ, ਮੂਰਖਤਾ ਚੋਂ ਪੈਦਾ ਹੁੰਦਾ, ਅਲਪ ਬੁੱਧੀ ਚੋਂ ਪੈਦਾ ਹੁੰਦਾ। ਗਿਆਨੀ ਹੁੰਦਾ ਤੇ ਫਿਰ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਲੱਭ ਲੈਂਦਾ, ਕਿਧਰੇ ਦੌੜਨਾ ਨਾ ਪੈਂਦਾ। ਉਹ ਕਹਿ ਦਿੰਦੇ ਨੇ ਤੀਰਥਾਂ ਤੇ ਦਾਨ ਕੀਤਾ ਹੈ ਬ੍ਰਾਹਮਣਵਾਦ ਹੈ। ਬਾਣੀ ਕਹਿੰਦੀ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ ਸਭ ਨੂੰ ਦੇਣ ਵਾਲਾ ਹੈ। ਹੁਣ ਮਹਾਰਾਜ ਕਹਿੰਦੇ ਪ੍ਰਯਾਗ ਸੀ ਅਸੀਂ, ਤਹੀ ਪ੍ਰਕਾਸ਼ ਹਮਾਰਾ ਭਇਓ। ਮਾਤਾ ਗੁਜਰੀ ਜੀ ਦੇ ਹਿਰਦੇ ਅੰਦਰ ਅਕਾਲ ਪੁਰਖ ਦੀ ਜੋਤ ਟਿਕ ਗਈ। ਗਰਭ ਸਥਿਤ ਹੋਣਾ ਕੀਤਾ ਇੱਕ ਸਰੀਰ ਜਿਹਦੇ ਚ ਅਕਾਲ ਪੁਰਖ ਦੀ ਜੋਤ ਟਿਕਣੀ ਹੈ। ਫਿਰ 9-10 ਮਹੀਨੇ ਲੱਗੇ। ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨਾ ਸ਼ਹਿਰ ਦੇ ਵਿੱਚ ਕਹਿੰਦੇ ਅਸੀਂ ਪ੍ਰਗਟ ਹੋਏ, ਪ੍ਰਕਾਸ਼ਵਾਨ ਹੋਏ। ਜਨਮ ਨਹੀਂ ਹੋਇਆ, ਅਵਤਾਰਾਂ ਦਾ ਜਨਮ ਨਹੀਂ ਹੁੰਦਾ, ਪ੍ਰਕਾਸ਼ ਹੁੰਦਾ ਹੈ। ਜਿਹਦਾ ਜਨਮ ਹੈ ਉਹਦਾ ਮਰਨ ਹੈ। ਕਿੰਨੇ ਲੋਕ ਤੁਹਾਡੇ ਪਿੰਡ 'ਚ ਜੰਮਦੇ ਮਰਦੇ ਨੇ, ਕੋਈ ਯਾਦ ਕਰਦਾ? ਗੁਰੂ ਪਰਮੇਸ਼ਰ ਅਮਰਾ ਪਦਵੀ ਤੇ ਜਦੋਂ ਯਾਦ ਕਰੋ ਤਾਂ ਪਕੜਦੇ। ਮਹਾਰਾਜ 1723 ਵਿਕਰਮੀ ਸੰਮਤ ਨੂੰ ਪੋਸ ਦੀ 7ਵੀਂ ਪਟਨੇ ਦੀ ਪਾਵਨ ਰੂਹੇ ਜ਼ਮੀਨ ਦੇ ਉੱਤੇ ਪ੍ਰਗਟ ਹੋਏ। ਭਾਗਾਂ ਵਾਲੀ ਮਾਈ ਗੁਜਰੀ
पिता गुरु तेग बहादुर। कल समुद्र भय रूप प्रगट हर नाम उदाहरण। गुरु जोत बारे भट्ट कहते ने अकाल पुरख आप प्रगट होया पाप को मिटाउण दे लई, सच को बुलंद करन दे लई। फारसी विच इस आमद बाबत भाई नंद लाल ने कहा, सिखा पूछया ये कौन आए ने दुनिया में? गुरु गोबिंद सिंह बारे कहते मुरशदे पाके नूरे हक आमद जा सबब दर्दिलम सबक आमद। अकाल पुरख जो नूर है सबना विच जेदी जोत समाई है, वो हक वो सच जो खुदाया है, वो मुर्शद बन के गुरु पीर बन के गुरु गोबिंद सिंह बन के आमद दुनिया ते आया है, दुनिया ते प्रगट होया है। अगे कहते ने ਉਹਦੇ दुनिया ते आउण दा जिहड़ा कारण है वो है सबना नूं भाणा मनण दी सिੱਖਿਆ देनी, अकाल पुरख नाल जोड़ना, रोग शोग मिटाउने, दुख हर लैने, सुख बख्श देने, मुक्ति देनी। गुर गोपाल किधरे गुर गोबिंद, किधरे गुर नारायण, किधरे गुर परमेश्वर, ये सारे ओदे ही नाम ने। वाहिगुरु भी हो, अल्लाह भी हो, राम भी हो, दुनिया ते गोबिंद राय बन के प्रगट हुंदा है। तुसी रोज उस बापू की वडियाई सुनते हो, कहते गुर दयाल समरथ गुर गुर नानक पतत। उदाहरण है पापियां नूं पाक करन आया, दयावान है, दयालु है, किड्डा दयावान है। देखो लोग हीरे जवाहरात दान कर सकते ने, भारत वर्ष की फुलवाड़ी नूं प्रफुल्लित रखण दे लई, धर्म नूं प्रफुल्लित रखण दे लई अपने बच्चे दान कर दिते। बाप शहीद करवा लिया गुरु तेग बहादुर साहब, एडा वड्डा वो दानी है। महाराज दुनिया दे उत्ते प्रगट होए ने। सुल्तानुल कुल कायनात दा मालिक आया। गुरु तेग बहादुर साहब पातशाह उस समय प्रचार ते सन, परिवार नूं इत्थे छड्ड दित्ता सी पटन। पिछे सुनिया मिल गया भी घर विच साहिबजादा प्रगट होया है, ते गुरु गोबिंद सिंह बाबत एक हुक्मनामा लिखिया महाराज गुरु तेग बहादुर जी ने भी इस बालक का नाम गोबिंद राय रखना है। ते रहण दे लई आखण लगे, वो डॉक्टर गंदा सिंह होना पब्लिश कीते ने हुक्मनामे। महाराज कहते ने साहिबजादे दे रहायश दे वास्ते अवल हवेली का इंतजाम करना। सब तो सुंदर हवेली होवे पटने की, जिथे साहिबजादा बिराजेगा। गुरु नानक दे तखत दा वारस होगा। इथों थोड़ा जिहा लोग समझिया करो, जेड़े पिछे पै जाते साधां दे भी लै पत्थर ही लाई जाते गुरुद्वारे, बेटियां इमारतां बना दित्तियां। मैं हैरान रह जाना भी जिथे जमदे लिफाफे ने आप रहना होवे, 3-4 करोड़ की कोठी पाउंदा, हजे क्यों किसी काम नहीं आती कोठी, सब मिट जाता। बड़िया बड़िया गुरुद्वारे दीयां इमारतां ते देखो मानवता का कितना भला करदियां, तन की खुराक लंगर मिलता, किन्ने लोगों के परोपकार करदियां ने इमारतां, लंगर चलते हैं, मन की खुराक उत्थे कीर्ति होती है। रोगां नूं हरण दे लई दवाइयां भी साधु वंडदे ने, सोगां नूं हरण दे लई कीर्तन वंडिया जाता है। गुरु द्वारा होए सोझी पाए सी सोझी मिलती है। रही गल महंगिया उच्चिया गुरुद्वारियां दी, गुरु सब तो उच्चा है, सब ते वड समरथ गुरुदेव। फिर उहदा दरबार भी उच्चे थे, उच्चा दरबार, अंत नाही कछ पारावारा। उहदे दरबार भी फिर उच्चे ही हुंदे ने। गुर जैसा नाही को देव, जिस मस्तक भाग सो लागा सेव। नानक सोते सिमरत वेद, पार ब्रह्म गुरु नाही भेद। ते फिर परमेश्वर दे द्वारे भी उच्चे ही हुंदे ने। नाले साडा सिखां दा पहले दिन तो ही सुभाਅ रहा है,
ਜਦੋਂ ਆਪ ਜੰਗਲਾਂ ਵਿੱਚ ਰਹਿੰਦੇ ਸੀ ਨਾ, ਆਦ ਗ੍ਰੰਥ ਸਾਹਿਬ ਦੀ ਬੀੜ ਲਈ ਛੋਟੀ ਮੋਟੀ ਕੱਖਾਂ ਦੀ ਕੁੱਲੀ ਪਾ ਲੈਂਦੇ ਸੀ। ਜਦੋਂ ਆਪ ਕੁੱਲੀਆਂ 'ਚ ਰਹਿਣ ਲੱਗ ਪਏ ਤੇ ਕੱਚੇ ਕੋਠਿਆਂ ਵਿੱਚ ਪ੍ਰਕਾਸ਼ ਕੀਤਾ। ਜਦੋਂ ਆਪ ਕੱਚੇ ਕੋਠਿਆਂ ਵਾਲੇ ਹੋ ਗਏ ਤੇ ਪੱਕੀਆਂ ਇਮਾਰਤਾਂ ਬਣੀਆਂ। ਜਦੋਂ ਆਪ ਪੱਕੀਆਂ ਇਮਾਰਤਾਂ ਵਿੱਚ ਰਹਿਣ ਲੱਗ ਪਏ ਤੇ ਫਿਰ ਉੱਚੇ ਉੱਚੇ ਦਰਬਾਰ ਸਿੱਖਾਂ ਆਪਣੇ ਮੁਰਸ਼ਿਦ ਲਈ ਬਣਾਏ। ਅੱਛਾ, ਢਿੱਡ ਪੀੜ ਵੀ ਉਹਦੇ ਹੁੰਦਾ ਜਿਹਨੇ ਕਦੇ ਰੁਪਈਆ ਨਹੀਂ ਗੁਰਦੁਆਰੇ ਲੰਗਰ 'ਚ ਪਾਇਆ ਤੇ ਸਾਰਾ ਟੱਬਰ ਲੰਗਰ ਗੁਰਦੁਆਰੇ ਛੱਡਣਾ। ਦਰਦ ਵੀ ਉਹ ਕਰੇਗਾ। ਮੈਂ ਕਹਿ ਦਿੰਦਾ ਹੁਣ ਆਲੇ ਕਾਂਗਰੇਡ ਦੇ ਤੁਰੇ ਫਿਰਦੇ, ਇਹਨਾਂ ਨੂੰ ਜਾਈ ਲੱਗਦੀਆਂ ਇਮਾਰਤਾਂ ਤੇ ਲੰਗਰ ਸਾਰੇ ਹੀ ਉੱਥੇ ਖਾਣ ਆਉਣਗੇ ਗੁਰਦੁਆਰੇ 'ਚ। ਆ ਦਿੱਲੀ ਕਿੱਡਾ ਵੱਡਾ ਮੋਰਚਾ ਸਿੱਖ ਜਗਤ ਨੇ ਜਿੱਤਿਆ, ਬੜਾ ਕਿਸਾਨਾਂ ਦਾ ਜ਼ੋਰ ਲੱਗਾ। ਉੱਥੇ ਵੀ 2-4 ਪੂਛ ਵੱਟ ਹੈਗੇ ਸੀ। ਇਹ ਮਹਿਕਮਾ ਹੈਗਾ ਸੀ ਵਿੱਚ ਕਿਸਾਨਾਂ ਦੇ। ਅੱਛਾ, ਉਹਨੇ ਦਿਨ ਨਹੀਂ ਆਖਿਆ ਵੀ ਲੰਗਰ ਕਿਉਂ ਲਾਏ ਨੇ। ਪਤਾ ਜੇ ਲੰਗਰ ਚੁੱਕੇ ਗਏ ਤੇ ਮੋਰਚਾ ਫੁੱਲ। ਲੰਗਰਾਂ ਤੋਂ ਬਿਨਾਂ, ਮਾਇਆ ਤੋਂ ਬਿਨਾਂ ਮੋਰਚੇ ਨਹੀਂ ਟਿਕਦੇ। ਬੜਿਆ ਮੋਰਚੇ ਲਾ ਕੇ ਵੇਖੇ ਆ ਮਹਾਂਪੁਰਸ਼ ਬੈਠੇ ਨੇ, ਬਾਬਾ ਪਰਮਜੀਤ ਸਿੰਘ ਹੁਣੀ ਹੰਸਾਲੀ ਤੋਂ ਵੀ ਲੰਗਰ ਜਾਂਦੇ ਰਹੇ। ਇਹ ਸਾਧੂਆਂ ਸੰਤਾਂ ਦੀ ਸੇਵਾ ਲੁੱਟੀ ਹੈ। ਪਰ ਕਈ ਵਾਰ ਗਿਲਾ ਹੁੰਦਾ ਹੈ ਵੀ ਜਿਹੜੀ ਥਾਲੀ 'ਚ ਖਾਣਾ ਉਸੇ ਦੀ ਸ਼ੇਪ ਕਰਨਾ, ਇਹਨੂੰ ਅਕ੍ਰਿਤ ਕਰਨਾ ਕਿਹਾ ਜਾਂਦਾ। ਔਰ ਪਰੇ ਤੋਂ ਪਰੇ ਨੇ ਦੁਨੀਆ ਵਿੱਚ ਅਕ੍ਰਿਤ ਕਰਨਾ। ਦੇਖੋ, ਦਰਬਾਰ ਤੇ ਉੱਚੇ ਹੀ ਰਹਿਣੇ। ਬਾਣੀ ਕਹਿੰਦੀ ਹੈ ਗੁਰੂ ਉੱਚਾ ਤੇ ਉਹਦਾ ਦਰ ਵੀ ਉੱਚਾ। ਉਹ ਹੁਕਮਨਾਮੇ ਵਿੱਚ ਸਾਫ਼ ਲਿਖਿਆ ਵੀ ਅਵਲ ਹਵੇਲੀ 'ਚ ਰੱਖਣ ਦਾ ਇੰਤਜ਼ਾਮ ਕਰਿਓ ਗੋਬਿੰਦ ਰਾਏ ਨੂੰ। ਕੋਈ ਆਮ ਬੱਚਾ ਨਹੀਂ ਹੈ, ਉੱਚੋਂ ਉੱਚਾ ਹੈ, ਉਹਦੀ ਬੁਲੰਦ ਹਸਤੀ ਹੈ। ਕਈ ਆਖਣਗੇ ਮਹਿੰਗੇ ਰਮਾਲੇ ਮਹਿੰਗਾ ਪੱਥਰ ਲਾਤਾ, ਉਹ ਕਮਲਿਆ ਤੇ ਕੁਝ ਵੀ ਨਹੀਂ। ਸਿੱਖ ਸਿਧਾਂਤ ਇਹ ਕਹਿੰਦਾ ਹੈ ਸਤਿਗੁਰ ਆਗੈ ਸੀਸ ਭੇਟ ਦੇ ਉਹਦੇ ਸਤਿਗੁਰ ਸਾਚੇ ਭਾਵੇਂ। ਇੱਥੇ ਤੇ ਬਾਬਾ ਦੀਪ ਸਿੰਘ ਕਹਿੰਦਾ ਹੋਰ ਕੀ ਦੇਣਾ ਹੈ, ਲੈ ਤੈਨੂੰ ਸ਼ੇਰੀ ਦੇ ਦਿੱਤਾ ਗੁਰੂ ਰਾਮਦਾਸ। ਇਹ ਹੈ ਸਿਧਾਂਤ ਸਿੱਖੀ ਦਾ। ਕਈ 1.5 ਲੱਖ ਦੇ ਰਮਾਲੇ ਤੇ ਰੋਈ ਜਪਣਗੇ ਵੀ ਉਹ ਇਹਨੇ ਪੈਸੇ ਲਾ ਕੇ ਗਰੀਬਾਂ ਨੂੰ ਕੱਪੜੇ ਲੈ ਦਿੰਦੇ। ਜਿੰਨਾ ਗਰੀਬਾਂ ਨੂੰ ਗੁਰਦੁਆਰਿਆਂ 'ਚੋਂ ਮਿਲਦਾ, ਨਾ ਮੰਦਿਰ ਦੇ ਸਕੇ, ਨਾ ਮਸਜਿਦਾਂ ਦੇ ਸਕੇ, ਨਾ ਚਰਚ ਦੇ ਸਕੇ। ਤਿਉਹਾਰ ਕਿਸੇ ਧਰਮ ਦਾ ਬੰਦਾ ਲੰਗਰ ਗੁਰੂ ਘਰ ਨਹੀਂ ਛੱਡਦੇ ਨੇ ਸਾਰੇ। ਮੈਂ ਦਿੱਲੀ ਵੇਖਿਆ ਜੀ, ਬੰਗਲਾ ਸਾਹਿਬ ਨਾਲ ਚਰਚ ਹੈ ਬੜਾ ਵੱਡਾ। ਜਦੋਂ 25 ਦਸੰਬਰ ਹੁੰਦਾ, ਪੂਜਾ ਸਾਰੇ ਜੀਸਸ ਕ੍ਰਾਈਸਟ ਦੀ ਕਰਦੇ ਨੇ ਤੇ ਢਿੱਡ ਦੀ ਪੂਜਾ ਬੰਗਲਾ ਸਾਹਿਬ ਹੁੰਦੀ ਹੈ ਪੂਰੀ। ਸਾਰੇ ਉੱਥੇ ਆਉਂਦੇ ਨੇ ਲੰਗਰ ਛਕਣ। ਜਿੰਨੀ ਗਰੀਬਾਂ ਦੀ ਮਦਦ ਗੁਰਦੁਆਰਿਆਂ 'ਚ ਹੈ ਹੋਰ ਕਿੱਥੇ ਹੁੰਦੀ ਹੈ। ਰਹੀ ਗੱਲ ਦੇਸ਼ ਵਿਚਲੀ ਗਰੀਬੀ ਦੀ, ਤੇ ਸਰਕਾਰਾਂ ਨੂੰ ਧੌਣੋਂ ਫੜੋ ਜਿਨ੍ਹਾਂ ਨੂੰ ਵੋਟਾਂ ਪਾਉਂਦੇ, ਉਹ ਸਿਸਟਮ ਹੀ ਮਾੜੇ ਨੇ। ਲੋਕਾਂ ਨੂੰ ਹੱਲ ਹਰਾਮੀ ਬਣਾ ਦਿੱਤਾ। ਕੋਈ ਬੀਬੀਆਂ ਦਾ ਮੁੱਲ 1000 ਰੁਪਈਆ ਪਾ ਰਿਹਾ, ਕੋਈ 2000 ਪਾ ਰਿਹਾ। ਫਿਰ ਪੈਸੇ ਵੰਡਾਂਗੇ ਜੀ ਤੁਹਾਨੂੰ। ਉਹ ਨੌਕਰੀਆਂ ਦਿਓ ਇਹਨਾਂ ਦੇ ਬੱਚਿਆਂ ਨੂੰ, ਜਿਹੜੇ ਪੈਸੇ ਦੇ ਦੇ ਕੇ ਆਇਲਟਸ ਕਰਕੇ ਝੂਠੇ ਸੱਚੇ ਸਰਟੀਫਿਕੇਟ ਬਣਾ ਕੇ ਵਿਚਾਰੇ ਡਰਦੇ ਇੱਥੋਂ ਦੀਆਂ ਹਕੂਮਤਾਂ ਤੋਂ ਕੈਨੇਡਾ ਅਮਰੀਕਾ ਜਾ ਰਹੇ ਨੇ। ਉਹਨਾਂ ਲਈ ਜੌਬਸ ਅਪੋਰਚੁਨਿਟੀਜ਼ ਪ੍ਰੋਵਾਈਡ ਕਰੋ। ਸਾਨੂੰ ਦਾਤ ਤੇ ਬਣਾਇਆ ਹੈ ਗੁਰੂ ਨਾਨਕ ਨੇ, ਮੰਗਤੇ ਨਾ ਬਣਿਓ। ਸ਼ਰਾਬ ਦੀ ਬੋਤਲ ਤੇ 1000 ਰੁਪਏ ਤੇ ਵੋਟ ਥੋੜਾ ਸਿੱਖ ਪਾਉਂਦਾ। ਥੋੜੇ ਸਿਧਾਂਤ ਤੇ ਚੱਲੀਏ। ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹਾ ਪਛਾਣਿਆ ਸੀ। ਇਹ ਸਿਧਾਂਤ ਹੈ ਸਾਡਾ। ਅਸੀਂ ਵੰਡਣ ਵਾਲੇ ਹਾਂ, ਇਹ ਸਰਕਾਰਾਂ ਮੰਗਤੇ ਬਣਾ ਰਹੀਆਂ। ਔਰ ਮੈਨੂੰ ਹੈਰਾਨੀ ਹੈ, ਪੰਜਾਬ ਤੋਂ ਬਿਨਾਂ ਏਡੇ ਭੱਦੇ ਲਾਜ ਕਿਸੇ ਸਟੇਟ 'ਚ ਨਹੀਂ ਦਿੱਤੇ ਜਾ ਰਹੇ। ਕੋਈ ਦਿੱਲੀੋਂ ਆ ਜਾਂਦਾ ਹੈ, ਕੋਈ ਪੰਜਾਬ ਤੋਂ ਸਪੀਕਰ ਫੜ ਲੈਂਦਾ, ਚੱਲਣ ਦਿਓ ਜੀ। ਮਾਈਆਂ ਦਾ ਕਿਰਾਇਆ ਫਰੀ, ਮਾਈਆਂ ਨੂੰ 1000 ਰੁਪਈਆ, ਮਾਈਆਂ ਨੂੰ 2000, ਬੰਦਿਆਂ ਨੂੰ ਨਸ਼ੇ ਵਾਧੂ, ਸ਼ਰਾਬਾਂ ਵਾਧੂ। ਇਹ ਬੋਲੀ ਲਾਈ ਜਾ ਰਹੀ ਹੈ ਸਾਡੀ। ਇੱਥੇ ਗੁਰੂ ਨਾਨਕ ਦੀਆਂ ਧੀਆਂ ਨੇ, ਗੁਰੂ ਨਾਨਕ ਦੇ ਫਰਜ਼ੰਦ ਨੇ, ਜਿਹੜੇ ਵੰਡਣ ਵਾਲੇ ਨੇ, ਕਿਰਤੀ ਲੋਕ। ਥੋੜਾ ਜਿਹਾ ਧਿਆਨ ਰੱਖਿਆ ਕਰੋ। ਏਦਾਂ ਦਾ ਲੀਡਰ ਭਾਵੇਂ ਕਿਸੇ ਧੜੇ ਦਾ ਨੂੰ ਬਾਹੋਂ ਫੜਿਆ ਕਰੋ ਵੀ ਸਾਨੂੰ ਵਿਕਾਊ ਮਾਲ ਸਮਝਿਆ, ਜਿਹੜਾ ਗਜਨੀ ਦੀਆਂ ਮੰਡੀਆਂ 'ਚ ਵਿਕਦਾ ਰਿਹਾ। ਖਾਲਸਾ ਰਾਜ ਕਰਤਾ ਰਿਹਾ ਹੈ। ਤੁਹਾਡੇ ਦਰ ਦਾ ਭਿਖਾਰੀ ਨਹੀਂ ਹੈ। ਜੇ ਟੈਕਸ ਲੈਂਦੇ ਹੋ ਤੇ ਜੋਬਾਂ ਪ੍ਰੋਵਾਈਡ ਕਰੋ, ਬੱਚੇ ਪੜ੍ਹ ਕੇ ਨੌਕਰੀਆਂ ਕਰਨ। ਪਰ ਹੈਰਾਨੀ ਇਸ ਗੱਲ ਦੀ ਹੈ, ਉਹ ਮੁੱਲ ਪਾ ਰਹੇ ਹੁੰਦੇ ਸਟੇਜ ਤੇ ਸਾਡੇ ਵਾਲੇ 5-7 ਚੁਕਾਰੇ ਤੇ ਚੁਕਾਰਾ ਸੁੱਟੀ ਜਾਂਦੇ। ਉਹ ਹਰ ਧੜੇ ਦੇ ਲੀਡਰ ਨੇ 5-6 ਚਾਪਲੂਸ ਰੱਖੇ ਹੁੰਦੇ ਜਕਾਰੇ ਛੱਡਣ। ਵੀ ਕਿੱਡਾ ਬਾਬਾ ਦੀਪ ਸਿੰਘ ਨੇ ਜੰਗ ਜਿੱਤ ਲਿਆ ਹੈ, ਜਕਾਰਾ ਛੱਡਿਆ ਜਾ ਰਿਹਾ। ਕਿੱਡਾ ਖਾਲਸੇ ਦਾ ਧੁਆਈ ਝੂਲ ਰਿਹਾ। ਪੰਜਾਬ ਦੇਸ਼ ਦਾ ਰਾਜ ਫਿਰ ਬਹਾਲ ਹੋ ਗਿਆ। ਦਿੱਲੀ ਜਿੱਤ ਲਈ, ਜਕਾਰੇ ਛੱਡੇ ਜਾ ਰਹੇ। ਤੁਹਾਡਾ ਮੁੱਲ ਉਤਾਰਿਆ ਜਾ ਰਿਹਾ।
और ये शर्म करने की बजाय असीं सुनते हैं आगे बैठ के। दीन दुनिया के मालक गुरु नानक निरंकारी के सिखां का इतिहास पढ़ियो। वीर मैनूं कहंदा सी सिखां नाल विआह के माइयो की मिल गया, दुखी हो शहजादियां दे डोले सिखां नूं देने चाहुंदा मैं, जंगली धक्के खा रहे तुहानूं शहजादियां दे डोले मिल के सिखी छड्ड दिओ। गलां च माइयां ने बच्चियां दे टोटे करवा के हार पवा लए, विके नहीं, चुके नहीं, दीन नहीं छड्डिया। ते माइयां इतिहास पढ़िया करो ते सिख फरजंद गुरु के भी ये पढ़िया करो। इत्थे बड़े बड़े तख्तां दे लालच मिलदे रहे, सिखी नहीं छड्डी, क्योंकि सिख मंगता नहीं है, सिख दाता है, सिख वंडण वाला है। भावें आबादी कुछ करोड़ी है साडी, करोना की महामारी सिख जगत ने दिखा दिता भी सारी दुनिया के ढिड की परवरिश कर सकता है, भावें सरकारां फेल हो जान। ये सानू बकाऊ बना रहे हैं। दीन दुनिया के मालक गुरु गोबिंद सिंह साहिब सच्चे पातशाह उन्हां दे दर लई ते सिर भी हाजिर कर दिंदे ने। सिख वड्डे गुरुद्वारियां दी ते गल ही कोई नहीं, पर थोड़ा जिहा मैं कार सेवा वालियां नूं कहना अपना भी इतिहास भी सामना जरूरी है। कोई पुरानियां इमारतां जी हैं बचियां ने, प्रिजर्व करो, बचा के रखो, दे उत्ते वड्डियां होर इमारतां बना लो, कोई गल नहीं है। पर गल बच्चे पुछणगे किहड़ियां नीआं साहिबजादे जिणे उठाउणा पवेगा। बच्चे पुछणगे किहड़ा रुख सुकिया, किहड़ा रुख जड़ों उड़ाया सीगा जोगियां ने, जिहनूं गुरु नानक साहिब ने अजमत नाल ही टिका दिता। गुरु हरगोबिंद साहिब ने केसर दे छिट्टे मार के हरिया कीता, वो फिर नानक मते रुख है कि पुੱਟ के सुट दवांगे तो किथों जवाब देवांगे। रही गल इन्हां करामातां दी ते बाबू कहंदा गुर ते बाहर किस नहीं गुर कीता लोड़े सो होए, नथिंग इज बियॉन्ड गुरु गोबिंद सिंह, जो चाहे कर सकता है। गुरु तेग बहादुर कहंदे अवल हवेली दा इंतजाम करियो। एक गुरु ग्रंथ साहिब ने बड़ा सुंदर वचन किया, कहते जेहा सतगुर कर जानिया तेरू जेहा सुख होए। जिन्नी तेरी भावना है गुरु प्रति ਉਹਦੇ ਅਕੋਰਡਿੰਗ ਫਲ ਮਿਲਣਾ। ਜਿਆਦੀ ਸ਼ਰਧਾ ਰੱਖੇਗਾ, ਦਸਵੰਧ ਕੱਢੇਗਾ, 10 ਰੱਖੇਗਾ ਤੇ 100 ਦੇਵੇਗਾ, 100 ਰੱਖੇਗਾ ਤੇ 1000 ਦੇਵੇਗਾ, 1000 ਰੱਖੇਗਾ ਗੁਰੂ ਕੇ ਲੰਗਰਾਂ ਵਿੱਚ ਤੇ ਲੱਖਾਂ ਦੇਵੇਗਾ। ਜਿੱਦਾਂ ਦੀ ਤੇਰੀ ਭਾਵਨਾ ਉਦਾਂ ਦਾ ਫਲ ਤੈਨੂੰ ਦੇ ਦੇਵੇਗਾ। ਇਹ ਤੇ ਤੈਅ ਹੈ ਨਾ। अजे कोई किसान भी बैठे होंगे, ये जिन्ना कि तुसीं मुशक्कत घालोगे खेतों में उन्ना ही फल लगना। एक बीज सुट आउंदा भी बरखा के सिर ते ही होए, वो जदों मंडी जांदा ते 2-4 क्विंटल फसल निकलदी है। एक बीज सुट के जमीन साभदा है, सिंचाई करता है, खाद दवाई पानी पूरा पाउंदा है ते फसल 20-25 क्विंटल निकलदी है। ये तो इदां ही है, बीजण ते डिपेंड करता है कि नाम कितना बीज दे। एक हाथ लो ते एक हाथ लो, ये सिद्धांत कुछ ऐसा है। महाराज लई सुंदर हवेली का इंतजाम करने की संगत ने किया। नासमा नालों वधिया हवेली सी, वो भी इत्थे गुरु नानक दे घर दे 10वें वारस ने टिकना है। बड़ियां अजमतां बापू ने इत्थे विखाईयां, बड़िया करा माता महाराज ने मुझे दिखाइया ने। भाई साहब भाई वीर सिंह होना कदे वो जिक्र करते हैं। एक जगह वो लिखते हैं कलगीधर दियां 2 मावां सन, एक माता गुजरी, दूजी माता वसुंधरा देवी जो रानी सी। राजा फतेह चंद मैनी रईस बंदा है, फतने की धरती से। वसुंधरा देवी की घरवाली है, मुश्किल ये है, दौलत शौलत बड़ी है, बच्चा नहीं है। ये सारे सेवक सन। एक ब्राह्मण दे महात्मा दे पंडित शिवदत्त नाम सी, और वो सेवक सी गोविंद राय जी का। हुण वार वार शिवदत्त जी नूं बेनतियां करे रानी के राजा, बड़ी चिंता रही है, घर कुछ फरजंद नहीं है, कृपा करो, रब तुहाडी सुनदा है।
शिवदत्त ने जवाब दिता एक दिन, कहता तुसीं शायद ये ध्यान नहीं दिता, मन दियां मुरादां पूरियां करन वाला परमात्मा बाला प्रीतम बन के पटने दियां गलियां विच खेड रहा है। अच्छा वो किथे है, कौन है? कहता जे उहदे दीदारे करने ने ना, सुनेहा करन दी लोड़ नहीं है, इशनान पान करके घर बह जाओ, बाला प्रीतम दे चरणां दा ध्यान धरो, तुहानूं आप दर्शन लवेगा। राजा राणी रोज ही बैठ जाते ने, ध्यान लगाते ने। एक दिन गोबिंद राय जी खेडदे खेडदे अपने साथियां नाल राणी वसुंधरा दे महल विच आ गए। पोले पोले कदम रखते हुए गोद विच जा बैठे, ध्यान ला के बैठी सी माता, ते गलवे चों बोल निकले, मां मैं आ गया। ते वसुंधरा जिहदे कन तरसे हुए साने, मां लफ्ज सुन लई, औलाद नहीं सी, पुछदी है हैरानी नाल कि कौन आ गया। अखां नहीं खोलियां, प्रौढ़ता करदी है, कहंदे मां जी रोज याद करदी है, तेरा फरजंद आ गया। अखां खोलियां, नूरानी चेहरा वेख्या, आंदरां दी जिहड़ी तपश सी वो मिटी, ममता थमी गई उस माई दी। समझ ना आवे करां की खुशी इन्नी है, ते आवाज दित्ती है गोली नूं भी कोई छकण लई चंगा पदार्थ लिया बाल गोबिंद राय दे। इस तो पहला कि गोली कुछ लियाउंदी, गोबिंद राय जी बोले ने माता विशेष तौर पर कुछ बनाने की लोड़ नहीं है, जो अंदर छोले पूड़ियां बने ने वो लिया के छका दे। आश्चर्यता विच चली गई भी इन्हां नूं किवें पता है अंदर किहड़ा भोजन बनया है। इन्हां ते गुरु ग्रंथ साहिब कहंदे ने अंतर की गत सतगुर जाणै। गुरु सब जानदा है, कोई कोना गुरु तो लुकिया छपिया होया नहीं। और इकल्ला संप्रदाय पक्ष तो साधना के पक्ष तो नहीं मैं अर्थ कर रहा, भावना वाले बड़े बड़े प्रोफैसर साहिबान कदे उन्होंने पढ़ियो, वो लिखते हैं द ट्रू गुरु नोस द स्टेट ऑफ योर इनर बीइंग, तेरे अंदर की चलता है पूरा गुरु जानता है, अधूरा नहीं। बड़ी खुशी नाल छोले पूड़ियां लिया के आप छकाए गोबिंद राय राणी ने, नाल बाल सैना भी छकाए। महाराज कहते रोज आया करांगे, एक भोजन रोज तैयार चाहिए। इसे तरह ही जिन्ना चिर पटने की धरती से 5-4 साल रहेगी गोबिंद राय रोज राणी वसुंधरा के घर जाते गए। एक दिन गोली ने बेनती की गोबिंद राय जी, महाराज तुहाडा वचन पत्थर ते शहीद है। रानी राजा बड़े चिंता तो रहते ने, औलाद नहीं। महाराज के गलबे चों बोल निकले, जेनू गोबिंद राय मिल जावे परजंद के रूप में उन्हें होर औलाद की करनी है। कहंदी महाराज औलाद होवेगी दुनिया ते नामना